सतनाम श्री वाहिगुरु साहिब जी। सूरत सो पहचानिए जो लड़े दीन के हित, पुरजा पुरजा कट मारै कबू न छड़े खेत। जो तो प्रेम खिलन का चाहो सिर तर तली गली मेरिया। इत मार्ग पैर तरी जय सिर दीजै कान न कीजै। जाको हर रंग लागो इस जुग में सो कहियत है सूरा। आत्म जिनै सगल अवस्था कै जाका सतगुर पूरा। धन धन साहिब श्री गुरु ग्रंथ साहिब महाराज जी की पावन पवित्र गोद विच सज बैठी गुरु प्यारी गुरु सवारी साध संगत जीओ। जो अज का इतिहासक दिहाड़ा है सारे संसार के कोने कोने दे विच मनाया जाता है और धन धन साहिब श्री गुरु गोबिंद सिंह महाराज सच्चे पातशाह जी दे छोटे साहिबजादे बाबा जोरावर सिंह जी, बाबा फतेह सिंह जी और माता गुजर कौर की ये शहादत का दिहाड़ा और दुनिया के इतिहास दे विच एक विलक्षण दिहाड़ा है। एक विलक्षण अदुੱਤੀ कुर्बानी है। जदों भी इतिहास के पत्रे फोली दे ने ना उदों सब तो जदों आपां चोटी ते वेखांगे कुर्बानियां दे वल्ले ते बाबा जोरावर सिंह साहब बाबा फतेह सिंह साहब जी जिन्हां दी 7 साल ते 9 साल की उम्र है और कुर्बानियां दा सिखर जिहड़ा है वो नज़र आउंदा है। इतिहास नूं वाचन तो पहलां एक विचार करनी बड़ी जरूरी है। इन्नी इन्नी उम्र दे विच एडियां एडियां वड्डियां कुर्बानियां करन वाले साहिबजादियां दे असीं पैरोकार धन गुरु ग्रंथ साहिब महाराज सच्चे पातशाह जी नूं मनण वाले और उन्हां दे इतिहास तो सानूं इउं पता लगदा है, ज्ञान मिलदा है, सेध मिलदी है कि बेशक जीवन के अंदर किन्ने भी दुख क्यों ना आ जान अपने मालक के चरण जिहड़े ने वो छड्डने नहीं चाहिए। इतिहास का पक्ष लईए कल आपां विचार कीती सी धन धन साहिब श्री गुरु गोबिंद सिंह महाराज सच्चे पातशाह जी दे साहिबजादे बाबा जोरावर सिंह बाबा फतेह सिंह जी नूं और माता गुजर कौर जी नूं मोरिंडे की कोतवाली विच एक रात रखिया गया और जानी खां मानी खां ने सूबे सरहंद वजीद खान तो शाबाशी लैण वास्ते जाके ये उसनूं सुनाउणा कीता कि जिस गुरु गोबिंद सिंह नूं तुसीं अज तक झुका नहीं सके, खत्म नहीं कर सके, उस गुरु गोबिंद सिंह की माता और उहदे दोवें पुत्र जिहड़े ने वो साडी कैद दे विच ने। जिथे सूबा सरहंद अपना सिर सुट के बैठा सी, इन्ने वड्डे वड्डे असीं नुकसान करा लै। तकरीबन 9 महीने आनंदपुर नूं घेरा पा के बैठे रहे, गुरु गोबिंद सिंह नूं खत्म ना कर सके और
ਝੂਠੀਆਂ ਕਸਮਾਂ ਵੀ ਤੋੜ ਲਈਆਂ, ਗੁਰੂ ਗੋਬਿੰਦ ਸਿੰਘ ਨੂੰ ਫੇਰ ਵੀ ਖਤਮ ਨਾ ਕਰ ਸਕੇ। 10 ਲੱਖ ਮੁਲਖਈਏ ਦਾ ਘੇਰਾ ਪਾਈ ਰੱਖਿਆ ਚਮਕੌਰ ਦੀ ਗੜੀ ਨੂੰ, ਫੇਰ ਵੀ ਗੁਰੂ ਗੋਬਿੰਦ ਸਿੰਘ ਨੂੰ ਖਤਮ ਨਾ ਕਰ ਸਕੇ। ਅਫਸੋਸ ਦੇ ਵਿੱਚ ਆਪਣਾ ਸਿਰ ਪਿੱਟ ਰਿਹਾ ਸੀ ਆਪਣੇ ਹੱਥ ਦੇ ਨਾਲ। ਜਾਨੀ ਖਾਂ ਮਾਨੀ ਖਾਂ ਨੇ ਇਹ ਖਬਰ ਦਿੱਤੀ, ਐ ਸੂਬਾ ਸਰਹੰਦ ਵਜੀਦ ਖਾਨ, ਖਾਨ ਸਾਹਿਬ, ਜਿਸ ਗੁਰੂ ਗੋਬਿੰਦ ਸਿੰਘ ਨੂੰ ਤੁਸੀਂ ਕੁਛ ਉਹਦਾ ਵਿਗਾੜ ਨਹੀਂ ਸਕੇ, ਉਸ ਗੁਰੂ ਗੋਬਿੰਦ ਸਿੰਘ ਦੀ ਮਾਤਾ ਔਰ ਉਹਦੇ ਪੁੱਤਰ ਸਾਡੀ ਕੈਦ ਦੇ ਵਿੱਚ ਨੇ। ਜੇ ਆਪ ਜੀ ਦਾ ਹੁਕਮ ਹੋਵੇ ਤੇ ਸਰਹੰਦ ਵਿੱਚ ਉਹਨਾਂ ਨੂੰ ਲਿਆਂਦਾ ਜਾਵੇ। ਸੂਬਾ ਜਿਹੜਾ ਸੀ ਖੁਸ਼ੀ ਦੇ ਵਿੱਚ ਉਛਲਿਆ ਕਿ ਆਪਣੇ ਬੱਚੇ ਪਿਆਰੇ ਕਿਹਨੂੰ ਨਹੀਂ ਹੁੰਦੇ। ਹੁਣ ਵੇਖਾਂਗਾ ਮੈਂ ਗੁਰੂ ਗੋਬਿੰਦ ਸਿੰਘ ਮੇਰੇ ਕੋਲ ਕਿਵੇਂ ਨਹੀਂ ਆਉਂਦਾ। ਜਦੋਂ ਪੁੱਤਰਾਂ ਦਾ ਮੋਹ ਸਤਾਵੇਗਾ ਨਾ, ਫਿਰ ਆਵੇਗਾ ਮੇਰੇ ਕੋਲ, ਫਿਰ ਈਨ ਮੰਨੇਗਾ। ਇਸ ਤਰ੍ਹਾਂ ਦੀਆਂ ਵਿਉਂਤਾਂ ਬਣਾਉਂਦਾ ਹੋਇਆ ਸੂਬਾ ਸਰਹੰਦ ਕਹਿਣ ਲੱਗਾ ਜਾਨੀ ਖਾਂ ਮਾਨੀ ਖਾਂ ਨੂੰ ਮੇਰੇ ਕੋਲ, ਉਸ ਹਕੂਮਤ ਦੇ ਬਾਗੀਆਂ ਨੂੰ ਮੇਰੇ ਕੋਲ ਲਿਆਂਦਾ ਜਾਵੇ। ਸਾਹਿਬਜ਼ਾਦਿਆਂ ਨੂੰ ਹੱਥਕੜੀਆਂ ਲਾ ਕੇ ਮਾਤਾ ਗੁਜਰ ਕੌਰ ਜੀ ਨੂੰ ਮਰਿੰਡੇ ਥਾਣੇ ਤੋਂ ਸਰਹੰਦ ਲਿਜਾਇਆ ਗਿਆ। ਸਰਹੰਦ ਦੇ ਵਿੱਚ ਲਿਜਾ ਕੇ ਇੱਕ ਠੰਡਾ ਬੁਰਜ ਹੈ, ਉਹਦੇ ਵਿੱਚ ਕੈਦ ਕੀਤਾ ਗਿਆ। ਠੰਡਾ ਬੁਰਜ ਉਹਨੂੰ ਕਿਉਂ ਕਿਹਾ ਜਾਂਦਾ ਹੈ? ਜ਼ਿਕਰ ਹੁੰਦਾ ਹੈ ਕਿ ਉਸ ਬੁਰਜ ਦੇ ਉਚਾਈ ਜਿਹੜੀ ਸੀ ਉਹ ਬਹੁਤ ਉੱਚੀ ਸੀ। ਅੱਜ ਵੇਖੀਏ ਤੇ ਕੁਛ ਵੀ ਨਹੀਂ ਰਹਿ ਗਈ। ਕੁਛ ਭਰਤੀਆਂ ਪੈ ਗਈਆਂ, ਕੁਛ ਕਿਵੇਂ ਕੁਛ ਹੋ ਗਿਆ। ਸਮੇਂ ਸਮੇਂ ਦੀਆਂ ਸਰਕਾਰਾਂ ਨੇ ਬਹੁਤ ਉਹਦੇ ਵਿੱਚ ਕਈ ਕੁਛ ਫਰਕ ਪਾ ਦਿੱਤਾ। ਠੰਡਾ ਬੁਰਜ ਉਸ ਨੂੰ ਇਸ ਕਰਕੇ ਕਿਹਾ ਜਾਂਦਾ ਸੀ, ਇਤਿਹਾਸ ਲਿਖਦਾ ਹੈ ਕਿ ਸੂਬਾ ਵਜੀਦ ਖਾਨ ਜਦੋਂ ਗਰਮੀਆਂ ਦੇ ਦਿਨ ਹੋਇਆ ਕਰਦੇ ਸੀ ਨਾ, ਔਰ ਇਹਦੇ ਵਿੱਚ ਆਰਾਮ ਕਰਿਆ ਕਰਦਾ ਸੀ ਗਰਮੀਆਂ ਦੇ ਦਿਨਾਂ ਵਿੱਚ। ਇਹਦੇ ਨਾਲੋਂ ਇੱਕ ਨਦੀ ਲੰਘਿਆ ਕਰਦੀ ਸੀ, ਔਰ ਨਦੀ ਦੇ ਪਾਣੀ ਦੇ ਨਾਲ ਜਦੋਂ ਗਰਮ ਹਵਾ ਵੀ ਸਪਰਸ਼ ਕਰਕੇ ਲੰਘਦੀ ਸੀ, ਉਹ ਵੀ ਠੰਡੀ ਹੋ ਕੇ ਇਸ ਬੁਰਜ ਦੇ ਵਿੱਚ ਪਿਆ ਕਰਦੀ ਸੀ। ਇਸ ਕਰਕੇ ਇਹਨੂੰ ਠੰਡਾ ਬੁਰਜ ਕਿਹਾ ਜਾਂਦਾ। ਔਰ ਜਿਸ ਬੁਰਜ ਦੇ ਵਿੱਚ ਗਰਮੀਆਂ ਦੇ ਵਿੱਚ ਵੀ ਹਵਾ ਜਿਹੜੀ ਉਹ ਠੰਡੀ ਹੋ ਜਾਇਆ ਕਰਦੀ ਸੀ, ਤੇ ਫਿਰ ਪੋਹ ਦੇ ਮਹੀਨੇ ਦੇ ਵਿੱਚ, ਅੱਤ ਦੀ ਸਰਦੀ ਦੇ ਵਿੱਚ ਆਪਾਂ ਸੋਚ ਕੇ ਵੇਖੀਏ ਵੀ ਇਸ ਬੁਰਜ ਦੇ ਵਿੱਚ ਕਿੰਨੀ ਕੁ ਠੰਡ ਹੋਵੇਗੀ। ਇਸ ਠੰਡੇ ਬੁਰਜ ਦੇ ਵਿੱਚ ਮਾਤਾ ਜੀ ਨੂੰ ਔਰ ਸਾਹਿਬਜ਼ਾਦਿਆਂ ਨੂੰ ਕੈਦ ਕੀਤਾ ਗਿਆ। ਸ਼ਾਮ ਦਾ ਸਮਾਂ ਹੋਇਆ। ਮਾਤਾ ਗੁਜਰ ਕੌਰ ਜੀ ਨੇ ਬੱਚਿਆਂ ਨੂੰ ਆਪਣੇ ਗੋਦ ਦੇ ਵਿੱਚ ਬਿਠਾ ਕਰਕੇ ਰਹਿਰਾਸ ਸਾਹਿਬ ਜੀ ਦਾ ਪਾਠ ਸੁਣਾਇਆ। ਦੋਵੇਂ ਬੱਚੇ ਸੁਣਦੇ ਰਹੇ। ਪਾਠ ਕਰਨ ਉਪਰੰਤ ਮਾਤਾ ਗੁਜਰ ਕੌਰ ਜੀ ਨੇ ਦੋਵਾਂ ਬੱਚਿਆਂ ਨੂੰ ਸਮਝਾਉਣਾ ਕੀਤਾ, ਐ ਮੇਰੇ ਲਾਲ ਦੇ ਲਾਲ, ਸਮਾਂ ਬੜਾ ਭਿਆਨਕ ਹੈ। ਆਪਾਂ ਵੈਰੀ ਦੀ ਹਕੂਮਤ ਦੇ ਇਸ ਵੇਲੇ ਗ੍ਰਿਫਤਾਰੀ ਦੇ ਅੰਦਰ ਆ। ਬੱਚਿਓ, ਕੱਲ ਨੂੰ ਕੁਛ ਵੀ ਹੋ ਸਕਦਾ ਹੈ। ਇਹ ਹਕੂਮਤ ਬੜੇ ਲਾਲਚ ਦੇਵੇਗੀ, ਬੜੇ ਡਰਾਵੇ ਦੇਵੇਗੀ। ਹੈ ਮੇਰੇ ਲਾਲ ਦੇ ਲਾਲ, ਕਿਸੇ ਲਾਲਚ ਦੇ ਵਿੱਚ ਨਾ ਆਉਣਾ, ਕਿਸੇ ਡਰਾਵੇ ਦੇ ਵਿੱਚ ਨਾ ਆਉਣਾ। ਤੁਹਾਡੇ ਦਾਦਾ ਜੀ ਦੀ ਪੱਗ ਬੜੀ ਉਜਲੀ ਹੈ। ਉਹਨਾਂ ਨੇ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਆਪਣਾ ਸੀਸ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਲਾ ਦਿੱਤਾ। ਵੇਖਿਆ ਜੇ ਉਹਦੀ ਉਜਲੀ ਹੋਈ ਪੱਗ ਨੂੰ ਕਿਤੇ ਦਾਗ ਨਾ ਲਾ ਦੇਣਾ। ਤੁਹਾਡੇ ਬਾਪ ਦੀ ਪੱਗ ਬੜੀ ਉੱਚੀ ਹੈ, ਸ਼ਾਨ ਬੜੀ ਉੱਚੀ ਹੈ। ਵੇਖਿਆ ਜੇ ਉਹਦੀ ਸ਼ਾਨ ਨੂੰ ਕਿਤੇ ਦਾਗ ਨਾ ਲੱਗ ਜਾਵੇ। ਉਮਰਾਂ ਭਾਵੇਂ ਛੋਟੀਆਂ ਨੇ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਾਲ ਨੇ। ਕਹਿਣ ਲੱਗੇ, ਦਾਦੀ ਮਾਂ,
ਸਾਡੇ ਉੱਤੇ ਜਿਹੋ ਜਿਹਾ ਮਰਜ਼ੀ ਸਮਾਂ ਬਣ ਆਵੇ, ਅਸੀਂ ਕਿਸੇ ਲਾਲਚ ਦੇ ਵਿੱਚ ਨਹੀਂ ਆਵਾਂਗੇ। ਔਰ ਜਿਹੋ ਜਿਹਾ ਮਰਜ਼ੀ ਸਾਡੇ ਤੇ ਸਮਾਂ ਬਣ ਜਾਵੇ, ਅਸੀਂ ਕਿਸੇ ਡਰਾਵੇ ਦੇ ਵਿੱਚ ਵੀ ਨਹੀਂ ਆਵਾਂਗੇ, ਕਿਸੇ ਬਹਿਕਾਵੇ ਦੇ ਵਿੱਚ ਨਹੀਂ ਆਵਾਂਗੇ। ਭਾਵੇਂ ਬੇਸ਼ੱਕ ਸਾਨੂੰ ਮੌਤ ਵੀ ਵਰਨੀ ਪਵੇ, ਅਸੀਂ ਮਾਂ, ਦਾਦੀ ਮਾਂ ਸਾਡੇ ਤੇ ਯਕੀਨ ਰੱਖੀ, ਅਸੀਂ ਕਦੇ ਇਹਨਾਂ ਜ਼ਾਲਮਾਂ ਦੀ ਈਨ ਨਹੀਂ ਮੰਨਾਂਗੇ। ਦਾਦੀ ਮਾਂ ਐਸੀ ਸਿੱਖਿਆ ਦਿੰਦੀ ਰਹੀ। ਦੋਵਾਂ ਸਾਹਿਬਜ਼ਾਦਿਆਂ ਨੂੰ, ਇੱਕ ਨੂੰ ਆਪਣੀ ਹਿੱਕ ਦੇ ਨਾਲ ਸੱਜੇ ਪਾਸੇ ਲਾਇਆ ਹੈ, ਇੱਕ ਨੂੰ ਖੱਬੇ ਪਾਸੇ ਲਾਇਆ ਹੈ। ਕੋਈ ਕੋਲ ਗਰਮ ਕੱਪੜਾ ਨਹੀਂ ਹੈ, ਅੱਤ ਦੀ ਸਰਦੀ ਹੈ। ਇੱਥੋਂ ਤੱਕ ਸਮਝਿਆ ਜਾਂਦਾ ਜੇ ਅੱਜ ਦੀ ਸਰਦੀ ਦਾ ਆਪਾਂ ਹਿਸਾਬ ਲਾਈਏ ਨਾ, ਹੈ ਤਾਂ ਬਹੁਤ, ਪਰ ਉਹਨਾਂ ਸਮਿਆਂ ਜਿੰਨੀ ਸਰਦੀ ਨਹੀਂ ਹੈ। ਉਹਨਾਂ ਸਮਿਆਂ ਦੇ ਵਿੱਚ ਨਦੀਆਂ ਦਾ ਪਾਣੀ ਜਿਹੜਾ ਸੀ ਉਹ ਜੰਮ ਕੇ ਜਾਇਆ ਕਰਦਾ ਸੀ, ਇੰਨੀ ਸਰਦੀ ਹੋਇਆ ਕਰਦੀ ਸੀ ਉਹਨਾਂ ਸਮਿਆਂ ਦੇ ਅੰਦਰ। ਤੇ ਇਹ ਵੀ ਆਪਾਂ ਨੂੰ ਪਤਾ ਹੈ, ਜਾਂ ਬੱਚਿਆਂ ਨੂੰ ਜ਼ਿਆਦਾ ਸਰਦੀ ਲੱਗਦੀ ਹੈ, ਜਾਂ ਬਜ਼ੁਰਗਾਂ ਨੂੰ ਜ਼ਿਆਦਾ ਸਰਦੀ ਲੱਗਦੀ ਹੈ। ਨੌਜਵਾਨ ਸਰੀਰ ਦੇ ਵਿੱਚ ਐਨਰਜੀ, ਤਾਕਤ ਹੋਣ ਕਰਕੇ ਉਹ ਸਹਿ ਜਾਂਦਾ। ਇੱਥੇ ਬਚਪਨਾ ਵੀ ਹੈ ਸਰੀਰਕ ਤੌਰ ਤੇ, ਔਰ ਬੁਢਾਪਾ ਵੀ ਹੈ। ਔਰ ਰਾਤ ਦੇ ਸਮੇਂ ਮਾਤਾ ਗੁਜਰ ਕੌਰ ਜੀ ਨੇ ਆਪਣੇ ਦੋਵਾਂ ਪੋਤਰਿਆਂ ਨੂੰ ਆਪਣੀ ਗੋਦ ਦਾ ਨਿੱਘ ਦਿੱਤਾ। ਸਾਰੀ ਰਾਤ ਸਤਨਾਮ ਵਾਹਿਗੁਰੂ ਦਾ ਜਾਪ ਹੁੰਦਾ ਰਿਹਾ। ਜਾਪ ਹੁੰਦਿਆਂ ਹੁੰਦਿਆਂ ਅੱਧੀ ਰਾਤ ਦਾ ਸਮਾਂ ਹੋਇਆ। ਇਉਂ ਲੱਗਿਆ ਕੋਈ ਬੁਰਜ ਦੇ ਵੱਲ ਆਇਆ ਹੈ। ਕੀ ਵੇਖਿਆ, ਬੁੱਕਲ ਮਾਰੀ ਹੋਈ ਹੈ। ਔਰ ਮਾਤਾ ਜੀ ਨੇ ਪੁੱਛਿਆ, ਭਾਈ ਤੂੰ ਕੌਣ ਹੈ? ਅੱਗੋਂ ਆਵਾਜ਼ ਆਈ, ਮਾਂ ਮੈਂ ਮੋਤੀ ਮਹਿਰਾ ਹਾਂ। ਕਾਹਦੇ ਵਾਸਤੇ ਆਇਆ ਹੈ? ਮਾਂ ਮੈਂ ਗੁਰੂ ਘਰ ਦਾ ਪਿਆਰਾ ਹਾਂ, ਕਿਸੇ ਗੱਲ ਦੀ ਚਿੰਤਾ ਨਾ ਕਰਨੀ। ਮੈਨੂੰ ਜਦੋਂ ਤੋਂ ਪਤਾ ਲੱਗਿਆ ਹੈ ਕਿ ਇੱਥੇ ਆਪ ਜੀ ਨੂੰ ਕੈਦ ਕੀਤਾ ਗਿਆ ਹੈ, ਤੇ ਵੇਖੋ ਮਾਂ ਕਿੰਨੀ ਸਰਦੀ ਹੈ। ਮੈਂ ਸੂਬਾ ਵਜੀਦ ਖਾਨ ਦੀ ਜੇਲ੍ਹ ਦੇ ਵਿੱਚ ਲੰਗਰ ਛਕਾਉਣ ਦਾ, ਲੰਗਰ ਦਾ ਕੰਮ ਕਰਦਾ। ਤੇ ਮਾਂ ਮੈਂ ਆਪ ਜੀ ਦੇ ਵਾਸਤੇ ਅੱਤ ਦੀ ਸਰਦੀ ਦੇ ਵਿੱਚ ਦੁੱਧ ਲੈ ਕੇ ਆਇਆ ਹਾਂ। ਇਹਨਾਂ ਬੱਚਿਆਂ ਨੂੰ ਵੀ ਛਕਾਓ ਤੇ ਆਪ ਵੀ ਛਕੋ। ਹੁਣ ਇੱਥੇ ਵਿਚਾਰ ਕੇ ਵੇਖੋ, ਸਾਹਿਬਜ਼ਾਦਿਆਂ ਨੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਤਾਂ ਕਿੰਨੀ ਵਾਰ ਦੁੱਧ ਪੀਤਾ ਹੋਵੇਗਾ ਨਾ, ਰੋਜ਼ਾਨਾ ਹੀ ਮਿਲਦਾ ਹੋਵੇਗਾ। ਦੁਨੀਆ ਦੇ ਲੋਕ ਦੁੱਧ ਛਕਦੇ ਨੇ, ਪੀਂਦੇ ਨੇ, ਪਰ ਜਿਹੜਾ ਗਲਾਸ ਮੋਤੀ ਮਹਿਰਾ ਜੀ ਨੇ ਲਿਆ ਕੇ ਪਿਆਇਆ, ਉਹਦੀ ਕੀਮਤ ਰਹਿੰਦੀ ਦੁਨੀਆ ਦੇ ਤਿੱਕਰ, ਉਹਦੀ ਕੀਮਤ ਦਾ ਅੰਦਾਜ਼ਾ ਹੀ ਨਹੀਂ ਲਗਾਇਆ ਜਾ ਸਕਦਾ। ਆਪਣੇ ਘਰ ਦੇ ਗਹਿਣੇ ਗੱਟੇ ਸਾਰੇ ਵੇਚ ਵੱਟ ਕੇ, ਰਿਸ਼ਵਤ ਦੇ ਕੇ, ਉਸ ਸਮੇਂ ਦੇ ਜਿਹੜੇ ਬੁਰਜ ਦੇ ਸਾਹਮਣੇ ਖਲੋਤੇ ਸਿਪਾਹੀਆਂ ਨੂੰ ਰਿਸ਼ਵਤ ਦੇ ਕੇ, ਗਹਿਣੇ ਗੱਟੇ ਵੇਚ ਵੱਟ ਕੇ, ਤੇ ਉਹ ਦੁੱਧ ਛਕਾਉਣ ਵਾਸਤੇ ਆਇਆ ਸੀ, ਪ੍ਰੇਮ ਦੇ ਵਿੱਚ ਭਿੱਜਿਆ ਹੋਇਆ। ਮਾਤਾ ਜੀ ਨੇ ਦੁੱਧ ਛਕਿਆ, ਸਾਹਿਬਜ਼ਾਦਿਆਂ ਨੇ ਛਕਿਆ। ਪਤਾ ਨਾ ਲੱਗਿਆ ਕਿਹੜੇ ਵੇਲੇ ਫਿਰ ਨੀਂਦ ਆ ਗਈ। ਦਿਨ ਚੜ੍ਹ ਗਿਆ, ਅੰਮ੍ਰਿਤ ਵੇਲਾ ਹੋਇਆ ਹੈ। ਮਾਤਾ ਜੀ ਨੇ ਸਾਹਿਬਜ਼ਾਦਿਆਂ ਨੂੰ ਉਠਾਉਣਾ ਕੀਤਾ, ਮੇਰੇ ਲਾਲ ਦੇ ਲਾਲ ਉਠੋ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਮਾਤਾ ਗੁਜਰ ਕੌਰ ਜੀ ਨੇ ਜਪਜੀ ਸਾਹਿਬ ਦਾ ਜਾਪ ਕੀਤਾ, ਗੁਰਬਾਣੀ ਪੜ੍ਹੀ, ਬੱਚਿਆਂ ਨੂੰ ਸੁਣਾਈ। ਅਜੇ ਸੂਰਜ ਦੀ ਟਿੱਕੀ ਚੜ੍ਹੀ ਹੈ ਕਿ ਇਸ ਬੁਰਜ ਦੇ ਵੱਲ ਆਉਂਦਿਆਂ ਚਾਰ ਪੈਰਾਂ ਦੀ ਖੜਾਕ ਜਿਹੜਾ ਸੀ ਉਹ ਆਇਆ। ਵੇਖਿਆ ਮਾਤਾ ਜੀ ਨੇ, ਕੌਣ ਆਇਆ? ਦੋ ਸਿਪਾਹੀ ਆ ਗਏ। ਆ ਕੇ ਕਹਿਣ ਲੱਗੇ, ਮਾਤਾ ਜੀ ਤੁਹਾਡੇ ਇਹਨਾਂ ਬੱਚਿਆਂ ਨੂੰ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਅਸੀਂ ਲਿਜਾਣਾ ਚਾਹੁੰਦੇ ਹਾਂ। ਇਹਨਾਂ ਨੂੰ ਸੂਬਾ ਸਰਹੰਦ ਨੇ ਵੇਖਣਾ ਚਾਹਿਆ, ਇਹਨਾਂ ਨੂੰ ਲੈ ਕੇ ਜਾਣਾ।
तो माता गुजर कौर जी कहन लगे मेरे पोतरियां की उम्र अजे न्याणी है, इन्हें कोई जुल्म नहीं किया, इन्हां दी पेछी क्यों। सिपाहियां ने कहना कीता, कहन लगे माता हुक्म दे बजे हुए हैं, असी भी बच्चों वाले हैं, पर सानू इन्ना ही हुक्म होया है कि उन्हां साहिबजादियां नूं गुरु गोबिंद सिंह दे पुत्रां नूं लिया के कचहरी दे विच पेश किया जाए। माता ने साहिबजादियां नूं तैयार करना कीता, केसां दे विच कंघियां वाहियां, दस्तारां सजाइयां और छोटियां छोटियां कलगियां जड़ियां सी वो सिरां ते सजा दित्तियां। नाल नाल माता तैयार कर रही है, नाल नाल सिक्ख्या दे रही है, बच्चों सूबे की कचहरी दे विच तुसां ने जाना है, तुहाडे दादा जी दी पग बड़ी उजली है, वेख्या जे किते दाग ना लग जाए, तुहाडे बाप दी शान बड़ी उच्ची है, वेख्या जे किते दाग ना लग जाए। माता नूं दोवें साहिबजादे कहन लगे दादी मां कदे भी ऐसा नहीं होवेगा कि असी दादा जी दी नूं पग नूं दाग ला दईए, असी बापू दी पिता दी गुरु गोबिंद सिंह महाराज दी शान नूं दाग ला दईए, ऐसा नहीं होवेगा, साडे ते यकीन रखना। दोवें साहिबजादे माता गुजर कौर जी दी चरनां नूं छू के दोवें साहिबजादे टुरे ने। तुरदियां तुरदियां जांदियां सिपाही कह रहे सन, ऐ साहिबजादिओ, ऐ बच्चेओ, सूबे सरहंद की कचहरी लगी हुई है, बहुत सारे उत्थे एहलकार बैठे ने और तुसां ने जाके सूबे की कचहरी दे विच सलाम अर्ज करनी है। तो जदों दोवें साहिबजादे सिपाहियां नाल जा रहे सी, सूबे की कचहरी दे विच जाके पहुंचे ना, सिक्ख्या ही एडी दादी दी प्रफुल्लत सी, ताकत वाली सी। दोवां साहिबजादियां ने कचहरी दे विच जाके इशारे नाल इशारा करके फतेह दी सांझ पाई, वाहिगुरू जी का खालसा वाहिगुरू जी की फतेह। जदों इन्नी आवाज़, निक्की निक्की आवाज़, बच्चों की आवाज़ आपां नूं भी पता बड़ी तिखी हुंदी है, तिखी आवाज़ दे विच जदों फतेह बुलाई ना, कचहरी दे विच ऐन सन्नाटा छा गया भी उम्र किन्नी कू है, जज्बा किड्डा वड्डा है, इरादे किन्ने दृढ़ ने, उम्रां भावें छोटियां ने। इत्थे बैठा सी सुच्चा नंद, जिहड़ा ब्राह्मण जाति नाल संबंध रखदा है, पर यह भी मैं जिक्र कर देवां, जे एक बंदा गलत हो जाए ना तो सारी कौम नूं आपां माड़ा नहीं कह सकते। ये बैठा सी, उठ के आया, कहन लगा ऐ बच्चों, शायद तुहानूं पता नहीं, उम्रां छोटियां ने, तुहानूं ज्ञान नहीं है, इत्थे आके सूबा सरहंद नूं फतेह नहीं, इत्थे सलाम करी दी है, तुसी सलाम करो झुक के, बड़े बड़े उच्चे अहुदे प्राप्त करोगे, बड़ियां बड़ियां जगीरां दित्तियां जाणगियां, तुसी सूबे सरहंद नूं सलाम करो। तुहानूं शायद पता नहीं, ये तुहाडी जिहड़ी फतेह है ना, ये आनंदपुर साहिब दे विच ठीक सी, इत्थे फतेह नहीं चलनी, इत्थे तां सलाम अर्ज करनी पैंदी है। बाबा जोरावर सिंह साहब ने कह दिता, साडी जुबान दे विच फतेह है, साडी हर मैदान दे विच फतेह है, सानू गुरु पिता ने फतेह बोलनी सिखाई है, असी हमेशा फतेह ही बोलते हैं, हर सिंह का फर्ज है असी फतेह की सांझ पाने आ, असी इत्थे भी तां ही फतेह बुलाई है, असी भुल के नहीं बुलाई, असी बुलाने ही फतेह हैं। वार वार समझाया गया, साहिबजादियां ने नां दे विच जवाब दिता। सूबा सरहंद कहन लगा, ऐ बच्चों, तुहाडे पिता नूं खत्म कर दिता गया है, तुहाडे भरावां नूं मार दिता गया है, तुहाडे जिन्ने साथी सिपाही सन सारियां नूं खत्म कर दिता गया है। ये कहना तां सी वाजिब समझिया कि इहदे नाल बच्चे डोल जाणगे भी साडा तां रह ही कोई नहीं गया, हुण असीं किहदे आसरे रवांगे।
ਸੂਬਾ ਸਰਹੰਦ ਕਹਿਣ ਲੱਗਾ, ਬੱਚਿਓ ਤੁਹਾਡਾ ਕੋਈ ਨਹੀਂ ਰਹਿ ਗਿਆ, ਹੁਣ ਇੱਥੇ ਤੁਸੀਂ ਸਾਡੀ ਗਿਰਫਤ ਦੇ ਵਿੱਚ ਹੋ ਔਰ ਤੁਹਾਨੂੰ ਇੱਥੇ ਬੜਾ ਚੰਗਾ ਪਾਲਣ ਪੋਸ਼ਣ ਕੀਤਾ ਜਾਏਗਾ, ਵੱਡੇ ਹੋਵੋਗੇ ਤੁਹਾਨੂੰ ਪੀਰ ਬਣਾ ਦਿੱਤਾ ਜਾਏਗਾ, ਤੁਹਾਡੀ ਪੂਜਾ ਹੋਏਗੀ, ਲੋਕ ਸਤਿਕਾਰ ਕਰਨਗੇ, ਬੜੇ ਰਾਜ ਭਾਗ ਭੋਗੋਗੇ। ਕਹਿਣ ਲੱਗਾ ਤੁਸੀਂ ਦੀਨ ਕਬੂਲ ਕਰ ਲਵੋ, ਮੁਸਲਮਾਨ ਬਣ ਜਾਓ। ਬਾਬਾ ਜ਼ੋਰਾਵਰ ਸਿੰਘ ਸਾਹਿਬ, ਬਾਬਾ ਫਤਿਹ ਸਿੰਘ ਜੀ ਕਹਿਣ ਲੱਗੇ, ਨਹੀਂ, ਅਸੀਂ ਆਪਣੇ ਧਰਮ ਦੇ ਵਿੱਚ ਰਹਿਣਾ, ਸਾਨੂੰ ਗੁਰੂ ਪਿਤਾ ਨੇ ਸਿਖਾਇਆ, ਸਾਡੇ ਵੱਡੇ ਵੀਰਾਂ ਨੇ ਸਿਖਾਇਆ, ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਸਾਨੂੰ ਆਪਣਾ ਧਰਮ ਦੇ ਵਿੱਚ ਸਾਨੂੰ ਰਹਿਣਾ ਸਾਡੇ ਗੁਰੂ ਪਿਤਾ ਨੇ ਸਿਖਾਇਆ ਹੈ, ਇਸ ਕਰਕੇ ਅਸੀਂ ਤੁਹਾਡਾ ਧਰਮ ਕਿਉਂ ਕਬੂਲਾਂਗੇ। ਵਾਰ-ਵਾਰ ਸਮਝਾਇਆ ਗਿਆ, ਵਾਰ-ਵਾਰ ਸਮਝਾਇਆ ਗਿਆ। ਸ਼ਾਮ ਹੋ ਗਈ, ਕਚਹਿਰੀ ਬੰਦ ਹੋ ਗਈ। ਸਾਹਿਬਜ਼ਾਦੇ ਨਾ ਸਮਝੇ, ਕਿਸੇ ਵੀ ਗੱਲ ਤੇ ਨਾ ਜਦੋਂ ਆਏ ਨਾ, ਵਾਪਸ ਭੇਜਿਆ ਗਿਆ। ਜਦੋਂ ਵਾਪਸ ਗਏ ਦਾਦੀ ਮਾਤਾ ਦੇ ਕੋਲ, ਔਰ ਦਾਦੀ ਮਾਤਾ ਨੂੰ ਦੱਸਣਾ ਕੀਤਾ ਕਿ ਮਾਂ ਜੀ, ਦਾਦੀ ਜੀ, ਅੱਜ ਕਚਹਿਰੀ ਦੇ ਵਿੱਚ ਇਉਂ ਉਹਨਾਂ ਨੇ ਸਵਾਲ ਕੀਤੇ ਔਰ ਇਸ ਤਰੀਕੇ ਨਾਲ ਅਸਾਂ ਨੇ ਜਵਾਬ ਦਿੰਦੇ ਰਹੇ। ਇਸ ਤਰ੍ਹਾਂ ਜਦੋਂ ਸਾਰੀ ਘਟਨਾਕ੍ਰਮ ਜਿਹੜਾ ਸੀ ਸਾਹਿਬਜ਼ਾਦਿਆਂ ਨੇ ਮਾਤਾ ਜੀ ਨੂੰ ਦੱਸਿਆ ਤੇ ਮਾਤਾ ਜੀ ਨੇ ਸਮਝਾਇਆ, ਬੱਚਿਓ ਕੱਲ ਨੂੰ ਫੇਰ ਕਚਹਿਰੀ ਲੱਗੇਗੀ, ਸੂਬੇ ਦੀ ਕਚਹਿਰੀ ਵਿੱਚ ਤੁਹਾਨੂੰ ਜਾਣਾ ਪੈਣਾ, ਔਰ ਵੇਖਿਆ ਜੇ ਕਿਤੇ ਡੋਲ ਨਾ ਜਾਣਾ, ਮੇਰੀ ਸਿੱਖਿਆ ਨੂੰ ਤੁਸੀਂ ਯਾਦ ਰੱਖਣਾ। ਸਾਹਿਬਜ਼ਾਦਿਆਂ ਨੇ ਫਿਰ ਉਸੇ ਤਰ੍ਹਾਂ ਜਵਾਬ ਦਿੱਤਾ, ਮਾਤਾ ਜੀ ਤੁਹਾਡੀ ਸਿੱਖਿਆ ਸਾਡੇ ਨਾਲ ਹੈ ਔਰ ਗੁਰੂ ਪਿਤਾ ਦੀ ਉੱਚੀ ਸ਼ਾਨ ਨੂੰ ਅਸੀਂ ਕਦੇ ਦਾਗ ਨਹੀਂ ਲਾਵਾਂਗੇ। ਰਾਤ ਦਾ ਸਮਾਂ ਫੇਰ ਹੋਇਆ। ਦੂਸਰੇ ਦਿਨ ਵੀ ਇਤਿਹਾਸ ਲਿਖਦਾ ਹੈ ਕਿ ਮੋਤੀ ਮਹਿਰਾ ਜੀ ਨੇ ਫੇਰ ਰਾਤ ਵੇਲੇ ਉਸੇ ਤਰ੍ਹਾਂ ਫੇਰ ਦੁੱਧ ਲਿਆ ਕੇ ਛਕਾਇਆ। 2 ਦਿਨ ਦੁੱਧ ਛਕਾਉਂਦਾ ਰਿਹਾ, ਪਰ ਇਹਦਾ ਹਸ਼ਰ ਉਹਦੇ ਵਾਸਤੇ ਬਹੁਤ ਮਾੜਾ ਰਿਹਾ, ਕਿਉਂਕਿ ਬਾਅਦ ਦੇ ਵਿੱਚ ਮੋਤੀ ਮਹਿਰਾ ਜੀ ਦਾ ਸਾਰਾ ਪਰਿਵਾਰ ਜਿਹੜਾ ਨਾ ਕੋਹਲੂ ਦੇ ਵਿੱਚ ਪੀੜ ਦਿੱਤਾ ਗਿਆ ਸੀ ਇਹ ਦੁੱਧ ਛਕਾਉਣ ਦੇ ਕਾਰਨ। ਸੋ ਉਸ ਵੇਲੇ ਦੂਸਰਾ ਦਿਨ ਜਦੋਂ ਹੋਇਆ, ਫਿਰ ਅੰਮ੍ਰਿਤ ਵੇਲੇ ਮਾਤਾ ਜੀ ਨੇ ਸਾਹਿਬਜ਼ਾਦਿਆਂ ਨੂੰ ਤਿਆਰ ਕੀਤਾ, ਉਸੇ ਤਰ੍ਹਾਂ ਫਿਰ ਸਿੱਖਿਆ ਦਿੱਤੀ। ਔਰ ਇਧਰ ਸਿਪਾਹੀ ਫਿਰ ਲੈਣ ਵਾਸਤੇ ਆ ਗਏ। ਜਦੋਂ ਦਿਨ ਚੜ੍ਹਿਆ, ਲੈਣ ਵਾਸਤੇ ਆਏ ਨੇ, ਫਿਰ ਉਸੇ ਤਰ੍ਹਾਂ ਮਾਤਾ ਜੀ ਦੇ ਪੈਰਾਂ ਤੇ ਚਰਨਾਂ ਤੇ ਹੱਥ ਲਾ ਕੇ ਦੋਵੇਂ ਸਾਹਿਬਜ਼ਾਦੇ ਤੁਰ ਪਏ ਸੂਬੇ ਦੀ ਕਚਹਿਰੀ ਵੱਲ ਨੂੰ। ਹੁਣ ਕਚਹਿਰੀ ਦੇ ਕੋਲ ਜਦੋਂ ਪਹੁੰਚੇ ਨੇ ਨਾ, ਤੇ ਕਚਹਿਰੀ ਦਾ ਜਿਹੜਾ ਮੁੱਖ ਦਰਵਾਜ਼ਾ ਸੀ ਉਹ ਬੰਦ ਕੀਤਾ ਹੋਇਆ ਹੈ ਤੇ ਨਿੱਕੀ ਜੀ ਬਾਰੀ ਰੱਖੀ ਹੋਈ ਹੈ ਕਿ ਜਿਹਦੇ ਵਿੱਚੋਂ ਸਾਹਿਬਜ਼ਾਦੇ ਜਿਹੜੇ ਉਮਰ ਭਾਵੇਂ ਛੋਟੀ ਹੈ ਪਰ ਇਹਦੇ ਵਿੱਚੋਂ ਮਸੇ ਲੰਘਾ। ਇਹਦਾ ਕਾਰਨ ਕੀ ਸੀ? ਛੋਟੀ ਜੀ ਬਾਰੀ ਰੱਖਣ ਦਾ ਕਾਰਨ ਇਹ ਸੀ ਕਿ ਦੋਵੇਂ ਸਾਹਿਬਜ਼ਾਦੇ ਜਦੋਂ ਅੱਗੇ ਸਿਰ ਕੱਢ ਕੇ ਲੰਘਣਗੇ ਨਾ, ਤੇ ਸਾਰੇ ਲੋਕ ਤਾੜੀਆਂ ਮਾਰ ਦੇਣੀਆਂ, ਕਹਿ ਦੇਣਾ ਕਿ ਹੁਣ ਇਹ ਝੁਕ ਗਏ ਨੇ, ਝੁਕ ਕੇ ਇਹਨਾਂ ਨੇ ਸਲਾਮ ਕੀ ਕਰ ਦਿੱਤੀ ਹੈ ਸੂਬਾ ਸਰਹੰਦ ਨੂੰ। ਪਰ ਹੋਇਆ ਕਿ ਸਿੱਖਿਆ ਇੰਨੀ ਜ਼ਿਆਦਾ ਦਾਦੀ ਮਾਤਾ ਦੀ, ਕਿਸੇ ਪਾਸਿਓਂ ਵੀ ਇਹ ਸਿੱਖੀ ਨੂੰ ਢੈਂਦੀ ਕਲਾ ਵਾਲੇ ਜਾਣ ਨਹੀਂ ਦੇਣਾ ਚਾਹੁੰਦੇ ਸਾਹਿਬਜ਼ਾਦੇ। ਤੇ ਜਦੋਂ ਬਾਰੀ ਦੇ ਵਿੱਚੋਂ ਲੰਘਣ ਲੱਗੇ ਨਾ, ਸਿਪਾਹੀ ਪਹਿਲੋਂ ਲੰਘੇ ਨੇ ਅੱਗੇ ਸਿਰ ਝੁਕਾ ਕੇ ਵੀ ਇਸੇ ਤਰ੍ਹਾਂ ਰੀਸ ਨਾਲ ਇਹ ਬੱਚੇ ਵੀ ਲੰਘ ਜਾਣਗੇ। ਪਰ ਹੋਇਆ ਕਿ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਨੇ ਜਦੋਂ ਬਾਰੀ ਚੋਂ ਲੰਘਣ ਲੱਗੇ ਤੇ ਆਪਣਾ ਜੋੜਾ ਜਿਹੜਾ ਸੀ, ਚਰਨ ਜਿਹੜੇ ਸੀ ਉਹ ਸਭ ਤੋਂ ਪਹਿਲੋਂ ਅੱਗੇ ਲੰਘਾਏ, ਫਿਰ ਆਪਣਾ ਸਰੀਰ ਜਿਹੜਾ ਸੀ ਉਹ ਅੱਗੇ ਲੰਘਾਇਆ। ਇਸੇ ਤਰ੍ਹਾਂ ਹੀ ਬਾਬਾ ਫਤਿਹ ਸਿੰਘ ਸਾਹਿਬ ਜੀ ਨੇ ਕੀਤਾ। ਪਹਿਲੋਂ ਆਪਣੇ ਪੈਰ ਚਰਨ ਜਿਹੜੇ ਸੀ ਅੱਗੇ ਲੰਘਾਏ, ਜੋੜਾ ਅੱਗੇ ਲੰਘਾਇਆ, ਔਰ ਉਸ ਤੋਂ ਬਾਅਦ ਆਪਣਾ ਸਰੀਰ ਉਸ ਬਾਰੀ ਦੇ ਰਾਹੀਂ ਅੰਦਰ ਕਚਹਿਰੀ ਦੇ ਵਿੱਚ ਦਾਖਲ ਹੋਏ, ਜਿਸ ਨੂੰ ਵੇਖ ਕੇ ਸਾਰੀ ਕਚਹਿਰੀ ਜਿਹੜੀ ਸੀ ਉਹ ਦੰਗ ਰਹਿ ਗਈ। ਉਮਰਾਂ ਕਿੰਨੀਆਂ ਕੁ ਨੇ ਤੇ ਸਮਝ ਕਿੰਨੀ ਵੱਡੀ ਰੱਖਦੇ ਨੇ, ਸੋਚ ਕਿੰਨੀ ਉੱਚੀ ਹੈ। ਇਉਂ ਕਰਕੇ ਜਦੋਂ ਕਚਹਿਰੀ ਦੇ ਵਿੱਚ ਸਿਪਾਹੀ ਕਹਿਣ ਲੱਗੇ, ਬੱਚਿਓ ਅੱਜ ਤਾਂ ਤੁਸੀਂ ਸੂਬਾ ਸਰਹੰਦ ਨੂੰ ਸਲਾਮ ਕਰਦੇ ਹੋ, ਇੱਥੇ ਸਾਰੀ ਦੁਨੀਆ ਝੁਕਦੀ ਹੈ, ਤੁਸੀਂ ਵੀ ਝੁਕੋਗੇ।
बहुत कुछ प्राप्त करोगे। दोवां साहिबजादियां ने फिर फतेह की सांझ पाई है। जदों फतेह की सांझ पाई, सन्नाटा छा गया। और उस तरह पहले दिन की तरह फिर अज सुचानंद उठ के फिर आया, वार वार समझाता रहा। क्यों? क्योंकि गुलाम कौम का यह बंदा है, ये चमचागिरी करता है, उच्चे अहदे का इनू भुख है, धन दौलत की भुख के वास्ते लालची बंदा जिहड़ा है वो किसी भी हद तक जा सकता है, गिर सकता है। लालची मनुख अक्सर विक जाया करते हैं। ये विकिया होया मनुख वार वार साहिबजादियां नूं, जे मैं मना लिया साहिबजादियां नूं, सूबा सरहंद कोलों मैनूं बड़ी शाबाशी मिलेगी। वार वार यतन करता रहा, पर किसी भी मकसद ते जदों साहिबजादे ना आए ना, फिर डरावे दिते गए। कई तरह के डरावे दिते गए कि तुहानूं खत्म कर दिता जाएगा। जिस तरह के भी डरावे दिते गए, ना लालच दे विच साहिबजादे आए ने, ना डरावियां तो डरे ने। ते उस वक्त फिर सूबा सरहंद वजीद खान सख्त होया, कहन लगा हुण तुहानूं मौत के घाट उतार दिता जाएगा, नहीं तो दीन कबूल कर लवो। हुण लगी हुई कचहरी दे विच मुहम्मद शेर खान जिहड़ा है, मलेरकोटले का नवाब बैठा सी। जदों सजावां देण की गल हो रही सी ना, उठ के खड़ा हो गया। कहन लगा है सूबा सरहंद ये गुरु गोबिंद सिंह के बच्चे ने, और इस्लाम धर्म के अंदर बच्चों नूं और बजुर्ग नूं सज़ा जिहड़ी बिना कसूर तो दिती नहीं जा सकती, इन्हां नूं छड्ड दिता जाना चाहिए। जदों छड्ड देण की गल होई, सूबा सरहंद कहन लगा, ऐ शेर मुहम्मद तैनूं याद नहीं है, चमकौर दे गढ़ी दे मैदान दे अंदर इन्हां दे बाप गुरु गोबिंद सिंह ने तेरे भरा नार खान नूं मारिया सी, ते तेरे कोल तो समां ही बड़ा वधिया है, उहदे दोवां पुत्रां नूं खत्म करके तू अपना बदला लै। मुहम्मद शेर खान कहन लगा, नहीं ऐसा नहीं हो सकता। गुरु गोबिंद सिंह दे नाल साडी दुश्मनी है, जदों किते रण मैदान दे अंदर मिलेगा उहदे नाल मैं लड़ के रण दे मैदान अंदर योधियां की तरह, सूरमियां की तरह बदला जरूर लवांगा अपने भरा दा, अपने भतीजियां दा, पर इन्हां मासूमां नूं मारना जिहड़ा वो ठीक नहीं है। ये अल्लाह की इबादत के एक खिलाफ है, इस करके इन्हां बच्चों नूं छड्ड दिता जाए। जदों छड्डण की गल होई ते कहंदे ने सूबा थोड़ा जिहा नरम होया, छड्डण दे बारे सोच रहा है, ते सुचानंद फिर खड़ा हो गया। कहन लगा, रुको एक मिनट, मैं कुछ सवाल पूछने ने। कोल आया साहिबजादियां दे, कहन लगा, बच्चों जे तुहानूं छड्ड दिता जाएगा तुसीं की करोगे? ते बाबा जोरावर सिंह साहब जी का इस सवाल का जवाब सी। कहन लगे, पहली गल तां उम्मीद नहीं है कि तुसीं सानूं छड्ड देवोगे, उम्मीद नहीं है, तुसीं सानूं नहीं छड्डोगे। क्यों नहीं छड्डना? क्योंकि दुश्मन का पुत्र हत्थ विच आया, कौन छड्डदा? तुसीं सानूं छड्डना नहीं। पर अगर जे तुसीं सानूं छड्ड भी देवो, असीं गुरु पिता दे वांग असीं भी जंगलों दे विच जावांगे, जिहड़े सिंह इधर उधर होए ने, तुहाडे जुल्म नूं टाकरा करन वास्ते असीं दोबारा फौजा इकत्तर करांगे और जुल्म के खिलाफ डट जावांगे, जुल्म का नाश करांगे। जदों तक जुल्म का नाश नहीं हो जाएगा उन्ना चिर असी टेके नहीं बैठांगे, असी पूरी वाह अपनी ला देवांगे जुल्म नूं खत्म करने वास्ते। हुण सूबा सरहंद नूं जदों ये गल्लां कन्नां दे विच पईयां ते उस वक्त सुचानंद कहन लगा, ऐ सूबा सरहंद, तुसीं इन्हां नूं छड्डण दी गल करदे हो, ये तो जमदियां सूलां दे मूँह तिखे ने। एक पासे सप नूं मारना ते सपूड़ीए पालना एक इधर दी सियाणप है, इन्हां नूं खत्म कर देना चाहिए, नहीं तो आउण वाले समय दे विच ये तुहाडा राज भाग ये नहीं रहेगा। इउं करके जदों सुनिया, इतिहास लिखदा है
कि मुहम्मद शेर खान जिहड़ा सी मलेरकोटलिया उन्हें हा दा नारा मारिया भी जिस कचहरी दे विच जिस राज दे विच एडे एडे बच्चों के उत्ते जुल्म हो रहा है, ये राज भाग एक दिन गरक जाएगा। ऐसे राज भाग का मैं हिस्सा नहीं बनना चाहता। उन्हें सूबे की कचहरी के विचों उन्हें वाकआउट कर दिता, बाहर चला गया, हा दा नारा मारिया। अज तक भी कौम जिहड़ी है इन्ने ही उहदे परोपकार नूं भुल्ली नहीं। अज भी मुहम्मद शेर खान नूं याद किया जाता है। वह गुरु घर का दुश्मन सी, सज्जन नहीं सी, पर फिर भी साहिबजादियां दे हक दे विच बोलण करके ही अज भी उस सूरमे नूं याद किया जाता है। और समा अपनी चाले चलता गया। जदों किसी तरह भी साहिबजादे ना मने, लालच दिते गए, डरावे दिते गए, इतिहास इत्थों तक सानू सुचेत करता है कि साहिबजादियां नूं ना दरख्त दे नाल बन के दूरों गलेलों के निशाने मारे गए। तो इत्थों तक कि साहिबजादा जिहड़ा बाबा फतेह सिंह जी है ना, छोटे साहिबजादे, उहदी अख का एक आना जिहड़ा वो बाहर निकल गया सी। ठीक है, तो सिक्खी पालन सौखी नहीं है। फिर इत्थे ही बस नहीं, अग दे पलीते जिहड़े सी उन्हें निक्के निक्के कोमल जे हत्थां दे, एडे बच्चे दे हत्थ किन्ने कोमल हुंदे ने, अग दे पलीते लाए गए। बार बार अग दे ला ला के पलीते हत्थ साड़ दिते गए। ये गल्लां जिहड़ियां ने लुकोईयां जांदियां ने, पर कुछ इतिहासकारां ने इन्हां दा विशेष तौर पर जिक्र किया है। उस तो बाद काजी बुलाया गया और शरा के खिलाफ, ये इस्लाम धर्म के अंदर है नहीं कि बच्चों या बजुर्ग को किसी को सज़ा दी जाए, वो भी बिना कसूर तो। और काजी ने फतवा लाया कि इन्हां साहिबजादियां इन्हां बच्चों इस तो बाद जे दीन कबूल लै लैन कर लैन तो ठीक है, नहीं तो इन्हों नीआं दे विच चिण के शहीद किया जाए। जदों ये फतवा लाया गया, उस वेले कचहरी दे विच बार बार फिर भी समझाया गया, बच्चों अजे भी तुहाडे कोल समा है, अज दी रात तुहानूं दित्ती जांदी है, नहीं तो कल नूं तुहानूं नीआं दे विच चिण के खत्म कर दिता जाएगा। ते साहिबजादियां ने मरना कबूल किया, शहीद होना कबूल किया। कहन लगे तुहाडा दीन जिहड़ा है सानू कबूल नहीं है, आप ही असीं अपने धर्म दे विच परपक्क रहांगे, सानू इहो ही सिक्ख्या गुरु पिता ने दिती है, अपना धर्म नहीं छड्डांगे। जदों शाम का समा होया, कचहरी बंद होई, वापस सिपाही लैके साहिबजादियां नूं गए और साहिबजादियां ने भज के जाके गलवकड़ी पाई दादी माता नूं। गलवकड़ी पाउण तो उपरंत सिपाही ने भी कह दिता, मां कल नूं फिर कचहरी लगेगी, तेरे साहिबजादियां नूं ये फतवा लाया गया है कि कल नूं तेरे साहिबजादियां नूं नीहां दे विच जिंदियां नूं चिणा के शहीद किया जाना है, शहीद किया जाएगा। हुण दादी मां ने घुट के कलेजे नाल दोवां साहिबजादियां नूं लाया, रात के समय रह रात का जाप सुनाया और सिक्ख्या दिंदी रही, बच्चों वेख्या जे किते दादे दी उच्ची छाण नूं किते लाज ना लग जाए। माता ने निग दिता, कादा निग दिता? अपनी गोद दा और धन गुरु अर्जन देव महाराज सच्चे पातशाह जी की शहादत का वर्णन सुना सुना के साहिबजादियां नूं अपनी गोद दे विच सारी रात बिठाई रखिया। कोई गर्म कपड़ा नहीं, कोई किसी प्रकार की सुख सहूलत नहीं। फिर भी रात बतीत हो गई परमात्मा की उहदी रज़ा दे विच। तड़के का समा होया, दादी मां ने उस तरह फिर साहिबजादियां नूं तैयार किया, गुरबाणी का जाप सुनाया। गुरबाणी का जाप सुनाउंदियां दिन चढ़ गया। दोवां साहिबजादियां नूं लैण वास्ते फिर सिपाही आ गए। अज दादी मां नूं भी पता लग गया कि अज मेरे साहिबजादे मेरे लाल दे लाल अज जाणगे तां हन, पर वापस मुड़ के नहीं आउणे, वापस मुड़ के नहीं आउणगे। ते जदों दोवें साहिबजादियां नूं तैयार करिया ना, सिपाही लैण आ गए
ਤੇ ਦਾਦੀ ਮਾਂ ਵਾਰ-ਵਾਰ ਸਿੱਖਿਆ ਦੇ ਰਹੀ ਸੀ, ਬੱਚਿਓ ਵੇਖਿਆ ਜੇ ਕਿਤੇ ਦਾਦੇ ਦੀ ਉਜਲੀ ਪੱਗ ਨੂੰ ਦਾਗ ਨਾ ਲੱਗ ਜਾਵੇ, ਕਿਤੇ ਗੁਰੂ ਪਿਤਾ ਦੀ, ਤੁਹਾਡੇ ਪਿਤਾ ਦੀ ਉੱਚੀ ਸ਼ਾਨ ਨੂੰ ਕਿਤੇ ਦਾਗ ਨਾ ਲੱਗ ਜਾਵੇ। ਤੇ ਬੱਚੇ ਵਾਰ-ਵਾਰ ਸਾਹਿਬਜ਼ਾਦੇ ਕਹਿ ਰਹੇ ਸਨ, ਦਾਦੀ ਮਾਂ ਸਾਡੇ ਤੇ ਭਰੋਸਾ ਕਰ, ਅਸੀਂ ਮੌਤ ਲਾੜੀ ਨੂੰ ਤਾਂ ਵਰ ਲਵਾਂਗੇ ਪਰ ਤੇ ਦਾਦੇ ਦੀ ਪੱਗ ਨੂੰ ਕਦੇ ਦਾਗ ਨਹੀਂ ਲਾਵਾਂਗੇ। ਦਾਦੀ ਮਾਂ ਨੇ ਸਾਹਿਬਜ਼ਾਦਿਆਂ ਨੂੰ ਤਿਆਰ ਕੀਤਾ। ਦੋਵੇਂ ਸਾਹਿਬਜ਼ਾਦੇ ਕਚਹਿਰੀ ਵੱਲ ਨੂੰ ਤੁਰਨ ਲੱਗੇ ਤੇ ਥੋੜਾ ਜਿਹਾ ਪੰਧ ਗਏ ਨੇ। ਇਤਿਹਾਸ ਲਿਖਦਾ ਹੈ ਛੋਟਾ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਭੱਜ ਕੇ ਆ ਕੇ ਫਿਰ ਮੁੜ ਕੇ ਦਾਦੀ ਮਾਂ ਨੂੰ ਗਲਵੱਕੜੀ ਦੇ ਵਿੱਚ ਪਾ ਲਿਆ, ਗਲਵੱਕੜੀ ਦੇ ਵਿੱਚ ਲਿਆ ਔਰ ਵਾਪਸ ਆ ਕੇ ਮੁੜ ਕੇ ਜੱਫੀ ਪਾਉਣ ਤੋਂ ਬਾਅਦ ਫਿਰ ਦੁਬਾਰਾ ਦੋਵੇਂ ਸਾਹਿਬਜ਼ਾਦੇ ਜਿਹੜੇ ਸਨ ਸਿਪਾਹੀਆਂ ਨਾਲ ਤੁਰ ਗਿਆ। ਕਚਹਿਰੀ ਦੇ ਵਿੱਚ ਪਹੁੰਚੇ ਨੇ, ਇੱਟਾਂ ਤਿਆਰ ਪਈਆਂ ਨੇ, ਗਾਰਾ ਤਿਆਰ ਹੋਇਆ ਪਿਆ, ਚੂਨਾ ਤਿਆਰ ਹੋਇਆ ਪਿਆ। ਕਾਹਦੇ ਵਾਸਤੇ? ਇਹ ਸਿੱਖੀ ਦਾ ਮਹਿਲ ਉਸਾਰਨ ਵਾਸਤੇ। ਦੋਵਾਂ ਸਾਹਿਬਜ਼ਾਦਿਆਂ ਨੂੰ 7 ਸਾਲ ਤੇ 9 ਸਾਲ ਦੀ ਉਮਰ ਹੈ। ਨੀਹਾਂ ਦੇ ਵਿੱਚ ਖੜੇ ਕੀਤਾ ਗਿਆ। ਫਿਰ ਵਾਰ-ਵਾਰ ਜਲਾਦਾਂ ਤੋਂ ਪੁੱਛਿਆ ਗਿਆ, ਪੁੱਛਣਾ ਕੀਤਾ ਗਿਆ। ਜਲਾਦਾਂ ਨੇ ਪੁੱਛਿਆ, ਬੱਚਿਓ ਅਜੇ ਵੀ ਤੁਹਾਡੇ ਕੋਲ ਸਮਾਂ ਹੈ, ਤੁਹਾਡੀਆਂ ਉਮਰਾਂ ਬੜੀਆਂ ਛੋਟੀਆਂ ਨੇ, ਅਜੇ ਜੀਵਨ ਬੜਾ ਪਿਆ ਹੈ, ਤੁਸੀਂ ਇਸਲਾਮ ਕਬੂਲ ਕਰ ਲਵੋ ਔਰ ਬੜਾ ਵੱਡਾ ਲੰਮਾ ਜੀਵਨ ਭੋਗੋਗੇ। ਤੇ ਬਾਬਾ ਜ਼ੋਰਾਵਰ ਸਿੰਘ ਸਾਹਿਬ ਦਾ ਜਵਾਬ ਸੀ, ਜੇ ਲੰਮੀਆਂ ਉਮਰਾਂ ਭੋਗਣੀਆਂ ਨੇ, ਆਪਣੀ ਪੰਥ ਦੇ ਨਾਲ ਗਦਾਰੀ ਕਰਕੇ, ਆਪਣੇ ਧਰਮ ਤੋਂ ਟੁੱਟ ਕੇ, ਇਹੋ ਜਿਹਾ ਵੱਡਾ ਜੀਵਨ ਵੀ ਕਿਸ ਕੰਮ ਹੈ? ਇਹੋ ਜਿਹੇ ਜੀਵਨ ਨੂੰ ਕੀ ਕਰਨਾ ਜੇ ਆਪਣੇ ਇਸ਼ਟ ਦੇ ਨਾਲੋਂ ਟੁੱਟ ਕੇ ਹੀ ਅਸੀਂ ਜੀਵਨ ਜਿਉਣਾ ਤੇ ਕਾਹਦਾ ਜੀਵਨ ਹੈ? ਆਪਣੇ ਧਰਮ ਦੇ ਵਿੱਚ ਰਹਿ ਕੇ ਅਸੀਂ ਕੁਰਬਾਨੀਆਂ ਦੇਣਾ ਮਨਜ਼ੂਰ ਕਰਨੇ ਆ, ਤੁਹਾਡਾ ਦੀਨ ਸਾਨੂੰ ਕਬੂਲ ਨਹੀਂ ਹੈ। ਨੀਹਾਂ ਦੇ ਵਿੱਚ ਖਿਲਾਰਿਆ ਗਿਆ, ਜਕਾਰਿਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਦੋਵਾਂ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਖੜੇ ਕਰਕੇ, ਅੱਤ ਦੀ ਸਰਦੀ ਹੈ, ਕੋਮਲ ਜਿਹੇ ਸਰੀਰ ਨੇ, ਨਿੱਕੀਆਂ ਨਿੱਕੀਆਂ ਉਮਰਾਂ ਨੇ, ਇੱਟਾਂ ਲਗਾਈਆਂ ਗਈਆਂ, ਗਾਰਾ ਲਗਾਇਆ ਗਿਆ। ਕੰਧ ਚੱਲਦੀ ਚੱਲਦੀ ਗੋਡਿਆਂ ਤੇ ਆਈ ਤੇ ਆਪਾਂ ਨੂੰ ਪਤਾ ਸਰੀਰ ਦਾ ਗੋਡਾ ਜਿਹੜਾ ਉਹ ਵਧਿਆ ਹੁੰਦਾ। ਤੇ ਜਦੋਂ ਜਲਾਦ ਇੱਟ ਵੱਢਣ ਲੱਗਾ ਤੇ ਦੂਜੇ ਜਲਾਦ ਨੇ ਕਹਿ ਦਿੱਤਾ ਇੱਟ ਨਹੀਂ ਵੱਢਣੀ। ਕਿਸੇ ਨੇ ਇਉਂ ਵੀ ਲਿਖਿਆ ਹੈ ਕਿ ਸਾਹਿਬਜ਼ਾਦੇ ਨੇ ਕਹਿ ਦਿੱਤਾ ਇਹ ਨੀਆਂ ਬੜੀਆਂ ਮਜ਼ਬੂਤ ਨੇ ਸਿੱਖੀ ਦੀਆਂ, ਤੂੰ ਇੱਟ ਕਿਉਂ ਖਰਾਬ ਕਰਨਾ, ਤੂੰ ਗੋਡਾ ਹੀ ਵੱਢ ਦੇ। ਕਿਸੇ ਤਰ੍ਹਾਂ ਵੀ ਹੋਵੇ, ਜਲਾਦ ਨੇ ਰਦਾ ਵਿੰਗਾ ਹੁੰਦਾ ਵੇਖ ਕੇ ਗੋਡੇ ਦੇ ਉੱਤੇ ਤੇਸੀ ਮਾਰ ਕੇ, ਕੋਮਲ ਜਿਹਾ ਗੋਡਾ ਜਿਹੜਾ ਸੀ ਬਾਬਾ ਫਤਿਹ ਸਿੰਘ ਦਾ, ਨਿੱਕੇ ਨੇ ਨਾ, ਪਹਿਲੋਂ ਗੋਡਾ ਆਇਆ ਤੇ ਤੇਸੀ ਮਾਰ ਕੇ ਗੋਡਾ ਜਿਹੜਾ ਸੀ ਉਹ ਛਾਂਗ ਦਿੱਤਾ। ਸਤਨਾਮ ਦੀਆਂ ਆਵਾਜ਼ਾਂ ਆ ਰਹੀਆਂ ਨੇ ਔਰ ਆਵਾਜ਼ਾਂ ਆਉਂਦਿਆਂ ਆਉਂਦਿਆਂ ਇਹ ਰਦਾ ਜਿਹੜਾ ਸੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਮੂੰਹ ਤਿੱਕਰ ਚਲਾ ਗਿਆ। ਕੱਦ ਛੋਟਾ ਹੋਣ ਕਰਕੇ, ਉਮਰਾਂ ਛੋਟੀਆਂ ਹੋਣ ਕਰਕੇ ਚਿਹਰਾ ਲੁਕਣ ਲੱਗਾ। ਤੇ ਇਤਿਹਾਸ ਲਿਖਦਾ ਹੈ ਕਿ ਬਾਬਾ ਜ਼ੋਰਾਵਰ ਸਿੰਘ ਸਾਹਿਬ ਦੀ ਅੱਖ ਵਿੱਚ ਅਥਰੂ ਆਇਆ। ਜਲਾਦ ਨੇ ਵੇਖਿਆ, ਕਹਿਣ ਲੱਗਾ ਸ਼ਾਇਦ ਇਹ ਡਰ ਗਿਆ ਮੌਤ ਤੋਂ। ਫੇਰ ਪੁੱਛਿਆ ਗਿਆ ਇਸ ਬੱਚਿਓ ਅਜੇ ਵੀ ਤੁਹਾਡੇ ਕੋਲ ਸਮਾਂ, ਤੁਹਾਡਾ ਇਲਾਜ ਕਰਾ ਲਿਆ ਜਾਏਗਾ, ਤੁਸੀਂ ਮੰਨ ਜਾਵੋ, ਦੀਨ ਕਬੂਲ ਕਰ ਲਵੋ, ਤੁਹਾਡੀਆਂ ਉਮਰਾਂ ਬੜੀਆਂ ਛੋਟੀਆਂ ਨੇ, ਮੰਨ ਜਾਵੋ। ਤੇ ਬਾਬਾ ਫਤਿਹ ਸਿੰਘ ਨੇ ਪੁੱਛਿਆ, ਵੀਰ ਤੇਰੀ ਅੱਖ ਦੇ ਵਿੱਚ ਅਥਰੂ ਆਉਣ ਦਾ ਕਾਰਨ ਕੀ ਹੈ? ਕਹਿਣ ਲੱਗਾ, ਛੋਟੇ ਵੀਰ ਕਾਰਨ ਇਹਦਾ ਇੱਕੋ ਹੀ ਹੈ ਕਿ ਦੁਨੀਆ ਦੇ ਵਿੱਚ ਮੈਂ ਪਹਿਲੋਂ ਆਇਆ ਸੀ ਪਰ ਤੂੰ ਪਹਿਲੋਂ ਚਲਾ ਜਾਵੇਂਗਾ, ਤੇਰਾ ਕੱਦ ਛੋਟਾ ਹੈ। ਇਉਂ ਕਰਕੇ ਜਦੋਂ ਦੱਸਿਆ, ਕਹਿਣ ਲੱਗਾ ਨਹੀਂ ਵੀਰ ਆਪਾਂ ਇਕੱਠੇ ਚੱਲਾਂਗੇ, ਦਾਦਾ ਜੀ ਦੀ ਗੋਦ ਦੇ ਵਿੱਚ ਆਪਾਂ ਇਕੱਠੇ ਚੱਲਾਂਗੇ। ਇਉਂ ਗੱਲਾਂ ਸੁਣਦੀਆਂ ਹੁੰਦੀਆਂ ਜਿਹੜੀਆਂ ਜਲਾਦਾਂ ਵੀ ਸੁਣੀਆਂ। ਵੇਖਣ ਵਾਲੇ ਲੋਕ ਮੂੰਹ ਦੇ ਵਿੱਚ ਉਂਗਲਾਂ ਪਾ ਰਹੇ ਸਨ। ਉਮਰਾਂ ਕੀ ਨੇ, ਕਿੰਨੇ ਉੱਚੇ ਵਿਚਾਰ ਨੇ, ਕਿੰਨਾ ਜਜ਼ਬਾ ਹੈ। ਤੇ ਜਦੋਂ ਕੰਧ ਜਿਹੜੀ ਸੀ ਉਹਦੇ ਵਿੱਚ ਦੋਵੇਂ ਸਾਹਿਬਜ਼ਾਦੇ ਲੁਕ ਗਏ, ਕੰਧ ਜਿਹੜੀ ਸੀ ਇੱਕ ਵਾਰ ਡਿੱਗ ਪਈ। ਕੰਧ ਡਿੱਗਣ ਦੇ ਨਾਲ ਦੋਵਾਂ ਦੇ ਕੋਮਲ ਜਿਹੇ ਸਰੀਰ ਜਿਹੜੇ ਸਨ ਉਹ ਪਹਿਲਾਂ ਜ਼ਖਮੀ ਸਨ, ਹੋਰ ਜ਼ਖਮੀ ਹੋ ਗਏ, ਬੇਹੋਸ਼ ਹੋ ਗਏ। ਹੋਸ਼ ਦੇ ਵਿੱਚ ਲਿਆਉਣ ਦੇ ਵਾਸਤੇ ਜਲਾਦਾਂ ਨੇ ਫਿਰ
ਗਰਮ ਦੁੱਧ ਲਿਆ ਕੇ ਉਹਨਾਂ ਦੇ ਮੂੰਹ ਦੇ ਵਿੱਚ ਪਾਇਆ ਔਰ ਫੇਰ ਪੁੱਛਿਆ, ਅਜੇ ਵੀ ਤੁਹਾਡੇ ਕੋਲ ਸਮਾਂ ਹੈ, ਤੁਸੀਂ ਦੀਨ ਕਮੂਨ ਕਰ ਲਵੋ ਔਰ ਰਾਜ ਭਾਗ ਭੋਗੋਗੇ, ਜਿੱਦ ਛੱਡ ਦੇਵੋ। ਨਾ ਦੇ ਵਿੱਚ ਸਿਰ ਹਿਲਾਇਆ। ਹੁਣ ਇੰਨੇ ਹਜੂਮ ਜੁੜੇ ਹੋਏ ਦੇ ਵਿੱਚ ਸੂਬਾ ਸਰਹੰਦ ਵਜੀਦ ਖਾਨ ਖੜਾ ਸੀ, ਕ੍ਰੋਧ ਦੇ ਵਿੱਚ ਬੋਲਿਆ, ਜਿਹੜੇ ਇਸ ਹਾਲਤ ਦੇ ਵਿੱਚ ਪੈ ਕੇ ਵੀ ਇਹ ਮੇਰਾ ਦੀਨ ਕਬੂਲ ਨਹੀਂ ਕਰਦੇ, ਇਹਨਾਂ ਨੂੰ ਜਿਉਣ ਦਾ ਕੋਈ ਅਧਿਕਾਰ ਨਹੀਂ, ਇਹਨਾਂ ਨੂੰ ਖਤਮ ਕੀਤਾ ਜਾਵੇ। ਜਿਹੜਾ ਵੀ ਇਹਨਾਂ ਨੂੰ ਖਤਮ ਕਰੇਗਾ ਮੂੰਹ ਮੰਗਿਆ ਇਨਾਮ ਪ੍ਰਾਪਤ ਕਰੇਗਾ। ਉਸ ਹਜੂਮ ਦੇ ਵਿੱਚ ਖੜੇ ਸਨ ਸਮਾਣੇ ਦੇ ਦੋ ਜਲਾਦ, ਸ਼ਾਸਲ ਬੇਗ ਤੇ ਬਾਸ਼ਲ ਬੇਗ। ਦੋਵਾਂ ਜਲਾਦਾਂ ਨੇ ਕਿਹਾ, ਐ ਸੂਬਾ ਸਰਹੰਦ ਵਜੀਦ ਖਾਨ, ਤੁਹਾਡੀ ਕਚਹਿਰੀ ਦੇ ਵਿੱਚ ਸਾਡਾ ਕੇਸ ਚੱਲਦਾ ਹੈ, ਜੇ ਕਿਸੇ ਉਸ ਕੇਸ ਤੋਂ ਸਾਨੂੰ ਬਹਾਲ ਕਰ ਦੇਵੋ, ਇਹ ਕੰਮ ਅਸੀਂ ਕਰ ਦਿੰਦੇ। ਔਰ ਸੂਬਾ ਸਰਹੰਦ ਨੇ ਕਹਿ ਦਿੱਤਾ, ਤੁਹਾਡਾ ਕੇਸ ਖਾਰਜ ਕੀਤਾ, ਹੋਰ ਵੀ ਇਨਾਮ ਪ੍ਰਾਪਤ ਕਰੋਗੇ। ਇਹਨਾਂ ਦੋਵਾਂ ਸਪੋੜੀਆਂ ਨੂੰ ਤੁਸੀਂ ਖਤਮ ਕਰਨ ਦਾ ਤੁਸੀਂ ਕੰਮ ਕਰੋ। ਫਿਰ ਉਸ ਵਕਤ ਦੋਵਾਂ ਜਲਾਦਾਂ ਨੇ ਨਾ, ਸ਼ਾਸਲ ਬੇਗ ਬਾਸ਼ਲ ਬੇਗ, ਦੋਵਾਂ ਜਲਾਦਾਂ ਨੇ ਸਾਹਿਬਜ਼ਾਦਿਆਂ ਨੂੰ ਧਰਤੀ ਦੇ ਉੱਤੇ ਲਿਟਾ ਕੇ ਨਾ, ਛਾਤੀ ਦੇ ਉੱਤੇ ਗੋਡਾ ਰੱਖ ਕੇ, ਤੇ ਦੋਵਾਂ ਸਾਹਿਬਜ਼ਾਦਿਆਂ ਨੂੰ, ਉਧਰ ਵੀ ਦੋਵੇਂ ਭਰਾ ਨੇ ਸ਼ਾਸਲ ਬੇਗ ਬਾਸ਼ਲ ਬੇਗ, ਇੱਧਰ ਵੀ ਦੋਵੇਂ ਭਰਾ ਨੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਛਾਤੀਆਂ ਤੇ ਗੋਡਾ ਰੱਖ ਕੇ ਤੇ ਛੁਰੀ ਦੇ ਨਾਲ ਦੋਵਾਂ ਸਾਹਿਬਜ਼ਾਦਿਆਂ ਦੇ ਜਿਹੜੀ ਸਾਹ ਰਗ ਸੀ ਉਹਨਾਂ ਨੇ ਕੱਟ ਦਿੱਤੀ। ਅੱਜ ਦੇ ਦਿਨ ਦੋਵਾਂ ਸਾਹਿਬਜ਼ਾਦਿਆਂ ਨੇ ਸ਼ਹਾਦਤ ਦਾ ਜਾਮ ਪੀਤਾ। ਸੋ ਦੁਨੀਆ ਦੇ ਵਿੱਚ ਇਹ ਇਤਿਹਾਸ ਦੇ ਨਾਲ ਦੀ ਮਿਸਾਲ ਕਿਤੇ ਵੀ ਨਹੀਂ ਦੁਨੀਆ ਦੇ ਵਿੱਚ ਮਿਲਦੀ। ਇੰਨੀ ਉਮਰ ਦੇ ਵਿੱਚ, ਇੰਨੀ ਚੜ੍ਹਦੀ ਕਲਾ ਦੇ ਵਿੱਚ ਕੁਰਬਾਨੀ ਕਰ ਦੇਣੀ, ਇਹ ਕੇਵਲ ਤੇ ਕੇਵਲ ਬਾਬਾ ਜ਼ੋਰਾਵਰ ਸਿੰਘ ਸਾਹਿਬ ਦੇ ਹਿੱਸੇ ਔਰ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਹਿੱਸੇ ਆਈ ਹੈ। ਸ਼ਹਾਦਤ ਹੋ ਗਈ ਔਰ ਲੋਕ ਵੇਖਣ ਵਾਲੇ ਜਿਹੜੇ ਉਹ ਮੂੰਹ 'ਚ ਉਂਗਲਾਂ ਲੈ ਰਹੇ ਸਨ। ਕੁਝ ਸਮੇਂ ਬਾਅਦ ਹੀ ਬਾਬਾ ਜ਼ੋਰਾਵਰ ਸਿੰਘ ਸਾਹਿਬ ਦੇ ਚਰਨ ਹਿਲਦੇ ਰਹੇ। ਬਾਬਾ ਫਤਿਹ ਸਿੰਘ ਸਾਹਿਬ ਦੀ ਅਖੀਰ ਦਾਦੇ ਦੀ ਗੋਦ ਦੇ ਵਿੱਚ ਜਾਣ ਦਾ ਉਹਨਾਂ ਨੂੰ ਸੁਭਾਗ ਪ੍ਰਾਪਤ ਹੋ ਗਿਆ। ਹੁਣ ਲਾਸ਼ਾਂ ਪਈਆਂ ਨੇ। ਇੱਧਰ ਕਿਸੇ ਜਲਾਦ ਨੇ ਨਾ ਗਾਰੇ ਦੇ ਪੱਜ ਜਾ ਕੇ ਮਾਤਾ ਜੀ ਨੂੰ ਕਹਿ ਦਿੱਤਾ, ਮਾਤਾ ਜੀ ਅੱਜ ਨਾ ਉਡੀਕੀ, ਤੇਰੇ ਪੋਤਰਿਆਂ ਨੇ ਅੱਜ ਨਹੀਂ ਮੁੜ ਕੇ ਆਉਣਾ। ਤੇ ਫੇਰ ਕੀ ਸੀ, ਦਾਦੀ ਮਾਂ ਨੇ ਉਸ ਵਕਤ ਕਹਿੰਦੇ ਨੇ ਫਿਰ ਆਪਣਾ ਸਰੀਰਕ ਚੋਲਾ ਜਿਹੜਾ ਸੀ ਉਹ ਤਿਆਗ ਦਿੱਤਾ। ਔਰ ਤਿਆਗਣ ਤੋਂ ਉਪਰੰਤ ਲਾਸ਼ਾਂ ਜਿਹੜੀਆਂ ਸੀ ਖੁੱਲ੍ਹੇ ਮੈਦਾਨ ਦੇ ਵਿੱਚ ਪਈਆਂ ਸਨ। ਕਿਸੇ ਦੀ ਹਿੰਮਤ ਨਹੀਂ ਸੀ ਕਿ ਇਹਨਾਂ ਦਾ ਸੰਸਕਾਰ ਕਰ ਜਾਵੇ। ਫਿਰ ਟੋਡਰ ਮੱਲ ਨੇ ਕਹਿੰਦੇ ਨੇ ਬਹੁਤ ਜ਼ਿਆਦਾ ਮਹਿੰਗੀ ਜ਼ਮੀਨ ਜਿਹੜੀ ਸੀ ਉਹ ਸੋਨੇ ਦੀਆਂ ਮੋਹਰਾਂ ਜਿਹੜੀਆਂ ਸਨ ਵਿਛਾ ਕੇ ਉਹਦੀ ਜ਼ਮੀਨ ਖਰੀਦ ਕੇ ਸਾਹਿਬਜ਼ਾਦਿਆਂ ਦੋਵਾਂ ਦਾ ਔਰ ਮਾਤਾ ਗੁਜਰ ਕੌਰ ਜੀ ਦਾ ਜਿਹੜਾ ਸੀ ਅੰਤਮ ਸੰਸਕਾਰ ਆਪਣੇ ਹੱਥੀਂ ਕੀਤਾ। ਸੋ ਅੱਜ ਦੇ ਦਿਨ ਸਾਹਿਬਜ਼ਾਦਿਆਂ ਦੀ ਔਰ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਕੋਟਨ ਕੋਟਾਨ ਨਮਸਕਾਰ। ਮੈਂ ਇੱਕ ਬੇਨਤੀ ਕਰ ਦੇਵਾਂ, ਵੇਖੋ ਉਹਨਾਂ ਨੇ ਇੰਨੇ ਬੁਰੇ ਸਮੇਂ ਦੇ ਵਿੱਚ ਕਿੱਡੀ ਵੱਡੀ ਕੁਰਬਾਨੀ ਕੀਤੀ। ਦੁੱਖ ਹੁੰਦਾ, ਮੈਂ ਕਹਿ ਹੀ ਦਿੰਦਾ ਹੁੰਦਾ, ਭਾਵੇਂ ਕਿਸੇ ਨੂੰ ਗੁੱਸਾ ਲੱਗੇ। ਬੜਾ ਦੁੱਖ ਹੁੰਦਾ ਹੈ ਜਦੋਂ ਆਪਣੇ ਕੋਲ ਇੰਨਾ ਹੀ ਸਮਾਂ ਨਹੀਂ ਕਿ ਗੁਰੂ ਉਹਨਾਂ ਇੰਨੇ ਮਹਾਨ ਯੋਧਿਆਂ ਦੀ ਕਥਾ ਚੱਲ ਰਹੀ ਹੈ, ਅਸੀਂ 10 ਮਿੰਟ ਬਹਿ ਹੀ ਜਾਈਏ, ਕਿਤੇ ਸੁਣ ਹੀ ਲਈਏ। ਕੁਰਬਾਨੀ ਕਰਨ ਜੋਗੇ ਤਾਂ ਅਸੀਂ ਨਹੀਂ, ਉਹ ਤਾਂ ਕਦੇ ਵੀ ਨਹੀਂ ਸ਼ਾਇਦ ਹੋ ਸਕਦੇ। ਪਰ ਉਹਨਾਂ ਦੀ ਕਥਾ ਚੱਲਦਿਆਂ ਵੀ ਜਿਹੜਾ ਮਨੁੱਖ ਪਿੱਠ ਦੇ ਕੇ ਜਾਂਦਾ ਹੈ ਨਾ, ਮੈਂ ਇਹ ਸਮਝਦਾ ਕਿ ਗੁਰੂ ਘਰ ਦੇ ਨਾਲ ਜਾਂ ਉਹਨਾਂ ਸਾਹਿਬਜ਼ਾਦਿਆਂ ਦੇ ਨਾਲ ਰੰਚਕ ਮਾਤਰ ਵੀ ਉਹਨਾਂ ਦੇ ਹਿਰਦੇ ਦੇ ਅੰਦਰ ਪ੍ਰੇਮ ਨਹੀਂ ਹੈ, ਜਿਹੜਾ ਗੁਰੂ ਦੀ ਚੱਲਦੀ ਕਥਾ ਨੂੰ, ਸਾਹਿਬਜ਼ਾਦਿਆਂ ਦੀ ਚੱਲਦੀ ਕਥਾ ਨੂੰ ਪਿੱਠ ਦੇ ਕੇ ਜਾਂਦਾ। ਉਹਦੇ ਮਨ 'ਚ ਕਿਹੜਾ ਪਿਆਰ ਹੈ? ਸੁਣ ਨਹੀਂ ਸਕਦੇ ਅਸੀਂ 10 ਮਿੰਟ। ਕਾਹਦਾ ਸਾਡੇ ਹਿਰਦੇ 'ਚ ਗੁਰੂ ਸਪੁੱਤਰਾਂ ਦਾ ਪਿਆਰ ਹੈ, ਸਾਹਿਬਜ਼ਾਦਿਆਂ ਦਾ ਪਿਆਰ ਹੈ। 10 ਮਿੰਟ ਦਾ ਸਮਾਂ ਨਹੀਂ ਉਹਨਾਂ ਵਾਸਤੇ ਸਾਡੇ ਕੋਲ। ਕਾਹਦੇ ਅਸੀਂ ਸਿੱਖਾਂ? ਸਿੱਖੀ ਕਿੱਥੇ ਰਹਿ ਗਈ? ਜੇ ਸੁਣਨ ਦਾ ਸਮਾਂ ਨਹੀਂ ਸਾਡੇ ਕੋਲ ਤਾਂ ਸਿੱਖੀ ਕਿੱਥੋਂ ਧਾਰਨ ਕਰਾਂਗੇ? ਉਹ ਤਾਂ ਸਿੱਖੀ ਤਾਂ ਬੜੀ ਦੂਰ ਦੀ ਗੱਲ ਹੈ। 10 ਮਿੰਟ ਜਿਹੜੇ ਨੇ ਉਹ ਵੀ ਅਸੀਂ ਗੁਰੂ ਦੇ ਇਤਿਹਾਸ ਤੋਂ ਕੁਰਬਾਨ ਨਹੀਂ ਕਰ ਸਕਦੇ। ਇਹ ਬੜੀ ਦੁੱਖ ਦੀ ਗੱਲ ਹੈ। ਜਿੰਨਾ ਚਿਰ ਗੁਰੂ ਇਤਿਹਾਸ ਚੱਲਦਾ ਹੋਵੇ ਨਾ, ਜੇ ਸਾਡੇ ਮਨ ਦੇ ਵਿੱਚ ਥੋੜ੍ਹਾ ਵੀ ਉਹਨਾਂ ਦੀ ਕੁਰਬਾਨੀ ਦੇ ਨਾਲ ਪ੍ਰੇਮ ਹੈ,
ਟੇਕ ਕੇ ਸੁਣ ਲਿਆ ਕਰੀਏ। ਅਕਸਰ ਇਉਂ ਹੁੰਦਾ, ਵੇਖੋ ਕਿੰਨੇ ਕਿੰਨੇ ਵੱਡੇ ਸਮਾਗਮ ਹੁੰਦੇ ਨੇ, ਗੁਰਸਿੱਖ ਕਰਾਉਂਦੇ ਨੇ, ਕਾਹਦੇ ਵਾਸਤੇ? ਕਿ ਲੋਕਾਂ ਨੂੰ ਪਤਾ ਲੱਗੇ ਸਾਡਾ ਇਤਿਹਾਸ ਕੀ ਹੈ। ਗੁਰੂ ਘਰ ਦੇ ਕੀਰਤਨੀਏ, ਢਾਡੀ, ਰਾਗੀ, ਕਵੀਸ਼ਰ, ਇਤਿਹਾਸਕਾਰ ਇਤਿਹਾਸ ਸੁਣਾਉਂਦੇ ਨੇ। ਸਿੱਖ ਸੰਗਤਾਂ ਵੱਡੇ ਵੱਡੇ ਪੰਡਾਲਾਂ ਦੇ ਵਿੱਚ ਬਹਿ ਕੇ ਦੂਰ ਦੂਰ ਤੱਕ ਜਾ ਕੇ ਸੁਣਦੀਆਂ ਨੇ ਸਿੱਖ ਸੰਗਤਾਂ। ਤੇ ਸਾਨੂੰ ਜੇ ਫ੍ਰੀ ਦੇ ਵਿੱਚ ਕੁਝ ਸੁਣਨ ਨੂੰ ਮਿਲਦਾ ਨਾ ਤਾਂ ਸੁਣ ਲਈਏ ਕਰੀਏ। ਇਹ ਸਾਡੇ ਫ੍ਰੀ ਵਿੱਚ ਸੁਣਨ ਦੀ ਕੀਮਤ ਭਾਵੇਂ ਨਹੀਂ ਹੈ, ਪਰ ਇਤਿਹਾਸ ਜਿਹੜਾ ਹੈ ਉਹਦੀ ਕੋਈ ਕੀਮਤ ਨਹੀਂ ਜੇ ਦੇ ਸਕਦਾ। ਉਹਨਾਂ ਸਾਹਿਬਜ਼ਾਦਿਆਂ ਦੀ ਕੁਰਬਾਨੀ ਦੀ ਕੋਈ ਕੀਮਤ ਨਹੀਂ ਦੇ ਸਕਦਾ, ਪਰ ਸਮਾਂ ਹੀ ਇੰਨਾ ਕੁ ਤਾਂ ਕੱਢ ਲਿਆ ਕਰੀਏ ਅਸੀਂ ਸੁਣਨ ਵਾਸਤੇ। ਇਸ ਕਰਕੇ ਸੁਣਨ ਦੇ ਵਿੱਚ ਆਉਂਦਾ ਹੈ ਕਿ ਫਤਿਹਗੜ੍ਹ ਸਾਹਿਬ ਦੀਆਂ ਸਿੱਖ ਸੰਗਤਾਂ ਜਿਹੜੀਆਂ ਨਾ, ਅੱਜ ਤੋਂ ਕਾਫੀ ਸਮਾਂ ਪਹਿਲਾਂ ਹੁਣ ਵੀ ਕੁਝ ਸਿੱਖ ਐਸੇ ਹੋਣਗੇ, ਜਦੋਂ ਕੁਰਬਾਨੀਆਂ ਦਾ ਦੌਰ ਚੱਲਦਾ ਹੈ ਨਾ, ਉਹ ਸਮਾਂ ਆਉਂਦਾ 6 ਪੋਹ ਤੋਂ ਲੈ ਕੇ 13 ਪੋਹ ਤੱਕ ਉੱਥੋਂ ਦੇ ਲੋਕ ਜਿਹੜੇ ਨੇ ਉਹ ਪੁੰਜੇ ਸੌਂਦੇ ਨੇ, ਕੋਈ ਚੰਗਾ ਪਕਵਾਨ ਨਹੀਂ ਬਣਾਉਂਦੇ ਕਿ ਇਹ ਗੁਰੂ ਘਰ ਦੀਆਂ ਕੁਰਬਾਨੀਆਂ ਦਾ ਸਮਾਂ ਹੈ, ਤੇ ਧਰਤੀ ਤੇ ਸੌਂਦੇ ਨੇ। ਤੇ ਸਾਰੀ ਸਾਰੀ ਰਾਤ ਕਈ ਐਸੇ ਵੀ ਗੁਰਸਿੱਖ ਨੇ ਜਿਨ੍ਹਾਂ ਦੀ ਗੁਰਬਾਣੀ ਪੜ੍ਹਦਿਆਂ ਦੀ ਸਾਰੀ ਰਾਤ ਲੰਘ ਜਾਂਦੀ ਹੈ, ਉਹਨਾਂ ਨੂੰ ਯਾਦ ਕਰਦੇ ਆ। ਇਸ ਕਰਕੇ ਆਪਾਂ ਕਰਨ ਜੋਗੇ ਕੁਛ ਨਹੀਂ, ਕੁਰਬਾਨੀਆਂ ਨਹੀਂ ਕਰ ਸਕਦੇ। ਯਤਨ ਕਰੀਏ ਕਿ ਉਹਨਾਂ ਗੁਰੂ ਸਾਹਿਬਾਨ ਦੇ ਜੋ ਸਾਹਿਬਜ਼ਾਦੇ ਨੇ ਉਹਨਾਂ ਨੂੰ ਯਾਦ ਤਾਂ ਕਰ ਸਕਦੇ ਆ ਨਾ, ਇੰਨਾ ਕੁਛ ਹੀ ਕਰ ਲਈਏ। ਇੰਨਾ ਵੀ ਉਹ ਕਹਿਣਗੇ ਕਿ ਸਾਨੂੰ ਸਾਡੇ ਪੈਰੋਕਾਰ ਸਾਨੂੰ ਯਾਦ ਤਾਂ ਕਰਦੇ ਨੇ ਨਾ। ਇਸ ਕਰਕੇ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਜਦੋਂ ਵੀ ਕਿਤੇ ਇਤਿਹਾਸ ਦੀ ਗੱਲ ਹੁੰਦੀ ਹੈ, ਆਪਣੇ ਸਮੇਂ ਨੂੰ ਨਾ ਵੇਖੀਏ, ਗੁਰੂ ਚਰਨਾਂ ਦੇ ਵਿੱਚ ਸਮਾਂ ਬਤੀਤ ਕਰਕੇ ਗੁਰ ਇਤਿਹਾਸ ਨੂੰ ਮਨ ਚਿੱਤ ਲਾ ਕੇ ਮਹਿਸੂਸ ਕਰਕੇ ਸੁਣੀਏ। ਆਪਣੇ ਬੱਚਿਆਂ ਨੂੰ ਵੇਖੀਏ ਕਿ ਜੇ ਕਿਤੇ ਰਾਤ ਨੂੰ ਮਾਵਾਂ ਉੱਠ ਉੱਠ ਕੇ ਵੇਖਦੀਆਂ ਨੇ ਕਿ ਬੱਚੇ ਮੇਰੇ ਦੀ ਕਿਤੇ ਲੱਤ ਨਾ ਰਜਾਈ ਤੋਂ ਬਾਹਰ ਰਹਿ ਜਾਵੇ, ਕਿਤੇ ਮੇਰੇ ਬੱਚੇ ਨੂੰ ਕਿਤੇ ਠੰਡ ਨਾ ਲੱਗ ਜਾਵੇ, ਮਾਵਾਂ ਉੱਠ ਉੱਠ ਕੇ ਸੰਭਾਲਦੀਆਂ ਨੇ। ਤੇ ਉਹਨਾਂ ਸਾਹਿਬਜ਼ਾਦਿਆਂ ਨੇ ਵੇਖੋ ਇੰਨੀ ਭੈੜੇ ਸਮੇਂ ਦੇ ਵਿੱਚ, ਇੰਨੀ ਠੰਡ ਦੇ ਵਿੱਚ, ਤੇ ਆਪਣੇ ਸਰੀਰ ਦੀ ਆਹੂਤੀ ਦੇ ਦਿੱਤੀ, ਕੁਰਬਾਨੀਆਂ ਕੀਤੀਆਂ। ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ, ਕਦੇ ਵੀ ਸੰਕੋਚ ਨਾ ਕਰੀਏ। ਇਹ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਇਤਿਹਾਸ ਨੂੰ ਸੁਣਾਉਂਦਿਆਂ, ਇਤਿਹਾਸ ਉਹਨਾਂ ਵੱਡਿਆਂ ਦਾ ਇਤਿਹਾਸ ਹੈ, ਛੋਟੀ ਜ਼ੁਬਾਨ ਆਪਣੀ ਪੈ ਜਾਂਦੀ ਹੈ, ਫਿਰ ਵੀ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ। ਸਤਿਗੁਰੂ ਬਖਸ਼ਣਹਾਰ ਨੇ ਸਮਤ ਬਖਸ਼ਣ। ਇਸੇ ਤਰ੍ਹਾਂ ਆਪਾਂ ਇਤਿਹਾਸ ਦੇ ਨਾਲ ਜੁੜ ਕੇ ਆਪਾਂ ਉਹਨਾਂ ਆਪਣੇ ਵੱਡੇ ਵਡੇਰਿਆਂ ਤੋਂ ਸੰਕੇਤ ਲੈ ਕੇ, ਸਿੱਖਿਆ ਲੈ ਕੇ ਆਪਣਾ ਜੀਵਨ ਜਿਹੜਾ ਹੈ ਗੁਰੂ ਚਰਨਾਂ ਦੇ ਨਾਲ ਬਤੀਤ ਕਰਕੇ, ਆਪਣਾ ਸੋਹਣਾ ਜੀਵਨ ਗੁਰਸਿੱਖੀ ਨੂੰ ਸਮਰਪਿਤ ਕਰਕੇ ਆਪਣਾ ਜੀਵਨ ਜਿਉਈਏ। ਅੰਮ੍ਰਿਤ ਛਕੀਏ, ਗੁਰੂ ਵਾਲੇ ਬਣ ਕੇ ਆਪਣਾ ਜੀਵਨ ਜਿਹੜਾ ਜਿਉਣਾ ਕਰੀਏ, ਔਰ ਗੁਰੂ ਦੀ ਮੱਤ ਨਾਲ ਜੀਵਨ ਜਿਉਣਾ ਹੀ ਆਪਣਾ ਜੀਵਨ ਸਫਲਾ ਹੋਣਾ ਹੈ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।